ਉਹ ਘੱਟ ਹੀ ਹੋਰ ਆ। ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਪ੍ਰਾਣ ਇੰਦਰੇ, ਮਨ, ਬੁੱਧ ਇਹ ਕੰਟਰੋਲ ਹੋ ਜਾਣ। ਜਦੋਂ ਇਹ ਕੰਟਰੋਲ ਹੋ ਗਏ ਨਾ ਜੀ, ਧਿਆਨ ਸੁਰਤੀ ਬਾਣੀ 'ਚ ਉਹਦੇ ਨਾਮ 'ਚ ਜੁੜ ਗਈ, ਉਹ ਘੱਟ ਹੀ ਹੋਰ ਪੈਦਾ ਹੋ ਜਾਂਦੀ ਆ। ਦੁੱਖ ਤਕਲੀਫਾਂ ਕੁਛ ਨਹੀਂ ਬੰਦੇ ਨੂੰ ਲੱਗਣਗੀਆਂ। ਇੱਕ ਉਹ ਮਾਲਕ ਦਾ ਗਿਆਨ ਰਹਿ ਜਾਣਾ। ਫਿਰ ਹਰ ਇੱਕ ਸਾਹ ਦੇ ਨਾਲ ਸਕੂਨ ਆਏਗਾ, ਹਰ ਇੱਕ ਸਾਹ ਦੇ ਨਾਲ ਸਕੂਨ, ਰੋਂਗਟੇ ਖੜੇ ਹੋਣਗੇ, ਸਨਾਟ ਨਿਕਲਣਾ ਸ਼ੁਰੂ ਹੋ ਜਾਣਾ ਸਰੀਰ ਚੋਂ। ਪਰ ਸਾਡੇ ਵਿਚਾਰਾਂ ਗੱਲਾਂ ਜਿਹੜੀਆਂ ਨੇ ਉੱਪਰ ਦੀ ਲੰਘਦੀਆਂ ਨੇ, ਦੇਹ ਅਧਿਆਸ ਤੋਂ ਦੂਰ ਹੋਈਏ। ਕੋਈ ਹੀ ਪਾਉਂਦਾ ਉਹਨੂੰ, ਕਹਿੰਦਾ ਹਰ ਕੋਈ, ਸਭ ਕਹਤੇ ਹੈ ਪਾਇਆ, ਘਾਟ ਨਾ ਕਿ ਨਹੀਂ ਕਾਇਆ। ਕਿਹੜਾ ਘੱਟ ਗਾਉਂਦਾ ਇੱਥੇ? ਯਤਨ ਕਰੀਏ ਸਾਡੀ ਗਿਣਤੀ ਉਹਨਾਂ 'ਚ ਹੋਵੇ ਜਿਨ੍ਹਾਂ ਨੇ ਪਾ ਲਿਆ। ਪਾਉਣ ਵਾਲਾ ਫਿਰ ਦੱਸਣ ਜੋਗਰਾ ਨਹੀਂ ਜੀ ਰਹਿੰਦਾ। ਕਿਸੇ ਨੇ ਹੀ ਜਾਣਨਾ ਕੀਤਾ ਹੈ ਮਾਲਕ ਨੂੰ। ਕਿਹਨੇ ਜਾਣਿਆ? ਸਵਾਲ ਹੋ ਗਿਆ, ਫਿਰ ਜਾਣਿਆ ਕਿਹਨੇ ਹੈ? ਸਤਿਗੁਰ ਕਹਿੰਦੇ ਨੇ, ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ। ਜਿਹਨੇ ਸਾਰੀਆਂ ਉਕਤੀਆਂ ਜੁਗਤੀਆਂ ਤੇ ਸੰਸਾਰਕ ਯਤਨ ਛੱਡ ਕੇ ਆਪਣੇ ਆਪ ਨੂੰ ਗੁਰਾਂ ਦੀ ਸ਼ਰਨ ਓਟ ਵਿੱਚ ਪਾਉਣਾ ਕੀਤਾ। ਹੁਣ ਇਹੀ ਨਾ ਸਮਝੀਏ ਕਿ ਮੈਂ ਆ ਗਿਆ, ਬਹਿ ਗਿਆ, ਬਾਣੀ ਪੜ੍ਹਨ ਲਈ ਪ੍ਰਵਾਨ ਹੋ ਗਿਆ, ਸ਼ਰਨ ਚ ਐਵੇਂ ਥੋੜ੍ਹੀ ਆਉਣਾ ਹੁੰਦਾ ਜੀ। ਇਹ ਤਾਂ ਕਈ ਵਾਰ ਬੰਦੇ ਦੀ ਬਗਲ ਸਮਾਧੀ ਵੀ ਹੁੰਦੀ ਹੈ। ਸੁਣਿਓ ਧਿਆਨ ਨਾਲ, ਹੈ ਤਾਂ ਗੁਰਬਾਣੀ ਦੀ ਵਿਚਾਰ ਥੋੜ੍ਹੀ ਜਿਹੀ ਕਰੜੀ ਔਖੀ, ਪਹੁੰਚਾਉਣੀ ਔਖੀ ਹੋ ਜਾਂਦੀ ਹੈ, ਸੁਣਨੀ ਸੁਣਾਉਣੀ। ਸਤਿਗੁਰ ਕਹਿੰਦੇ ਆ, ਜਾਓ ਸ਼ਰਨ ਦੇ ਵਿੱਚ, ਉੱਥੇ ਆਪਣੀ ਮਰਜ਼ੀ ਖਤਮ ਹੋ ਜਾਏ। ਆਪਣੀ ਮਰਜ਼ੀ। ਗੁਰਮੁਖ ਬਣ ਕੇ ਜਦੋਂ ਬੰਦਾ ਆਏਗਾ, ਸੇਵਾ ਸਿਮਰਨ ਕਰੇਗਾ, ਬਾਣੀ ਪੜ੍ਹੂ ਨਾ ਜਦੋਂ ਗੁਰਮੁਖ ਬਣ ਕੇ, ਉੱਥੇ ਫਿਰ ਮੇਰ ਤੇਰ ਜੀ ਜਿਹੜੀ ਆ ਨਾ ਅੰਦਰੋਂ ਨੱਠ ਜਾਂਦੀ ਆ। ਅੰਦਰ ਦੇ ਖਿਆਲਾਤ ਫੁਰਨੇ ਲੰਘ ਜਾਣਗੇ। ਗੁਰਮੁਖਾਂ ਦਾ ਕੰਮ ਕੀ ਹੈ? ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ। ਬਾਣੀ ਕਹਿੰਦੀ ਆ, ਹੰਸ ਜਿਹੜੇ ਨੇ ਉਹ ਹੀਰੇ ਮੋਤੀ ਚੁਗਣਗੇ ਜੀ। ਪਤਾ ਆਪਾਂ ਨੂੰ, ਭਾਵ ਸਾਂਝ ਕਰੀਜੈ ਗੁਣੈ ਕੇਰੀ ਸੋੜ ਅਵਗਣ ਚੱਲੀਐ। ਗੁਣ ਵੇਖਣਾ ਹੈ ਗੁਰਮੁਖਾਂ ਨੇ। ਹੰਸਾਂ ਨੇ ਹੀਰੇ ਮੋਤੀ ਚੁਗਣੇ ਨੇ, ਪਰ ਬਗ ਡੱਡਾ ਭਾਲਣ ਜਾਵੇ। ਬਗਲੇ ਜਿਹੜੇ ਨੇ ਉਹ ਡੱਡਾਂ ਭਾਲਣਗੇ। ਗੰਦ ਮੰਦ ਡੱਡੀਆਂ ਮੱਛੀਆਂ, ਮਾਰਮੁਖ ਵਿਰਤੀ, ਗੰਦਗੀ ਮੰਦਗੀ, ਸੋਚ ਵਿਚਾਰ ਫੁਰਨੇ ਉੱਠਣਗੇ ਅੰਦਰ, ਕਮੀਆਂ ਔਗਣ। ਆ ਚੱਲੋ ਗੁਰਮੁਖ ਬਣੀਏ। ਤੇ ਫਿਰ ਗੁਰਮੁਖ ਬਣ ਕਿਵੇਂ ਘਾਟੀ ਪੈਦਾ ਹੋਏਗੀ? ਕੁਛ ਵੀ ਖਾਣਾ ਨਾ ਜੀ ਆਪਾਂ ਨੇ, ਉਸ ਨੂੰ ਖਾਣ ਦੇ ਲਈ ਕਿਸੇ ਪੰਛੀ ਨੇ ਚੋਗਾ ਚੁਗਣਾ, ਉਸ ਚੋਗਾ ਚੁਗਣ ਦੇ ਲਈ ਉਹਨੂੰ ਗਰਦਨ ਨੀਵੀਂ ਕਰਨੀ ਪੈਂਦੀ ਹੈ। ਇਹ ਤਾਂ ਹੈ ਨਹੀਂ ਵੀ ਆਪਣੇ ਆਪ ਉੱਡ ਕੇ ਉਹਦੇ ਮੂੰਹ 'ਚ ਪੈ ਜੂ। ਹੰਸ ਵੀ ਜਿਹੜੇ ਜਾਣਗੇ ਮਾਨ ਸਰੋਵਰ ਤੇ ਹੀਰੇ ਮੋਤੀ ਚੁਗਣਾ ਜਿਨ੍ਹਾਂ ਨੇ, ਇਹ ਨਹੀਂ ਹੈ ਕਿ ਹੀਰੇ ਮੋਤੀ ਉਹਨਾਂ ਦੇ ਆਪਣੇ ਆਪ ਮੂੰਹ 'ਚ ਪੈ ਜਾਣਗੇ, ਚਲੇ ਜਾਣਗੇ। ਨਹੀਂ, ਉਹਨਾਂ ਨੂੰ ਗਰਦਨ ਨੀਵੀਂ ਕਰਕੇ ਚੁਗਣਾ ਪੈਣਾ ਹੀਰੇ ਮੋਤੀਆਂ ਨੂੰ। ਇਸੇ ਤਰ੍ਹਾਂ ਗੁਰਮੁਖ ਬਣਾਂਗੇ ਨਾ,
ਮੇਰ ਤੇਰ ਛੱਡ ਕੇ ਗਰਦਨ ਨੀਵੀਂ ਕਰਕੇ ਹਉਮੈ ਹੰਕਾਰ ਮੇਨ ਗੱਲ ਜਿਹੜੀ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਕੇ ਜਦੋਂ ਗਰਦਨ ਨੀਵੀਂ ਕਰਕੇ ਨਿਮਰਤਾ ਚ ਭਾਵ ਆਪਣੇ ਹਉਮੈ ਹੰਕਾਰ ਦਾ ਸਿਰ ਵੱਢ ਕੇ ਗੁਰੂ ਦੀ ਬਾਣੀ ਨਾਲ ਜੁੜਾਂਗੇ ਨਾ ਪ੍ਰੇਮੀਓ, ਤਾਂ ਫਿਰ ਸੁਭ ਗੁਣ ਜਿਹੜੇ ਨੇ ਅੰਦਰ ਪੈਦਾ ਹੋ ਜਾਣਗੇ, ਬਸ ਜਾਣਗੇ ਮਹਾਰਾਜ ਦੇ ਬਚਨ ਜਿਹੜੇ ਨੇ। ਨਹੀਂ ਔਖਾ ਹੈ। ਜੇ ਆਪਣੀ ਚੌਧਰ ਦਾ ਬੰਦੇ ਨੇ ਕਿੱਲਾ ਨਹੀਂ ਨਾ ਕੱਢਿਆ, ਆਕੜ ਨਹੀਂ ਛੱਡੀ, ਈਗੋ ਨਹੀਂ ਤਿਆਗੀ, ਤਿਆਗਣਾ ਨਹੀਂ ਕੀਤਾ ਆਪਣੇ ਲੋਭ ਮੋਹ ਹੰਕਾਰ ਨੂੰ, ਗੁਰਬਾਣੀ ਦੀ ਹੀ ਵਿਚਾਰ ਹੈ ਸਾਰੀ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਾਗਣਾ, ਜਾਗਣ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਹਰ ਭਗਤੀ ਸੰਗ ਲਾਗਣਾ। ਕਿੱਥੇ ਲੱਗਣਾ ਹੈ, ਕਿੱਧਰ ਮਨ ਲਾਉਣਾ ਹੈ, ਕੀ ਤਿਆਗਣਾ, ਕੀ ਸੁਣਨਾ, ਕੀ ਸੁਣਾਉਣਾ, ਸਭ ਕੁਛ, ਸਭ ਜਿੰਨੇ ਵੀ ਸਵਾਲ ਨੇ ਸਭ ਦਾ ਜਵਾਬ ਮਿਲਦਾ ਹੈ ਗੁਰੂ ਦੇ ਬਚਨਾਂ ਚੋਂ। ਗੱਲ ਤਾਂ ਉੱਥੇ ਆ ਨਾ, ਜੇ ਬੰਦਾ ਸੁਣੂ ਤਾਂ ਹੀ ਆ। ਕਦੇ ਵਿਚਾਰੇ ਨਹੀਂ ਕਿਆ ਪਤਾ ਲੱਗਣਾ ਵੀ ਕੀ ਕਹਿ ਗਿਆ, ਕਿਹਨੇ ਜਾਣਿਆ। ਮਹਾਰਾਜ ਕਹਿੰਦੇ ਨੇ ਜਿਹਨੇ ਆ ਸਾਰੀਆਂ ਉਕਤੀਆਂ ਜੁਗਤੀਆਂ ਸੰਸਾਰਕ ਯਤਨ ਛੱਡ ਕੇ ਤਿਆਗ ਕੇ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਵਿੱਚ ਪਾਉਣਾ ਕੀਤਾ। ਸ਼ਰਨ ਵਿੱਚ ਆਉਣਾ, ਆਪਣੀ ਮਰਜ਼ੀ ਤਿਆਗ ਦੇਣੀ, ਆਪਣੇ ਮਤ ਛੱਡ ਦੇਣੇ। ਬੜੇ ਥਾਵੇਂ ਬਚਨ ਆਏ ਨੇ ਮਹਾਰਾਜ ਦੇ ਕਿ ਭਾਈ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾਵੋ ਡੂਬੇ ਸਿਆਣੇ। ਗੁਰੂ ਦੀ ਮੱਤ ਲੈ, ਭਗਤੀ ਤੋਂ ਬਿਨਾ, ਉਹਦੇ ਨਾਮ ਤੋਂ ਬਿਨਾ ਵੱਡੇ ਵੱਡੇ ਸਿਆਣੇ ਖਵਾਉਣ ਵਾਲੇ ਡੁੱਬ ਗਏ। ਉਧਾਰ ਕਿਸੇ ਦਾ ਨਹੀਂ ਹੋਇਆ। ਇਹ ਮਹਾਰਾਜ ਦੀ ਬਾਣੀ ਦੀ ਖੋਜ ਹੈ ਕਿ ਖੋਜ ਤੋਂ ਖੋਜ ਤਾਂ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ। ਭਜਨ ਤੋਂ ਬਿਨਾ, ਭਜਨ ਕੀ ਹੈ, ਸ਼ਰਨ ਵਿੱਚ ਆਉਣਾ ਕੀ ਹੈ, ਆਪਣੀ ਮਰਜ਼ੀ ਤਿਆਗ ਦੇਣੀ, ਆਪਣੇ ਮਤ ਆਪਣੀਆਂ ਮਰਜ਼ੀਆਂ ਖਤਮ ਹੋ ਜਾਣੀਆਂ। ਇਹ ਹੈ ਸ਼ਰਨ ਵਿੱਚ ਆਉਣਾ। ਇਹ ਥੋੜੀ ਆ ਵੀ ਆ ਗਿਆ ਮੇਰੇ ਵਰਗਾ 24 ਘੰਟੇ ਇੱਥੇ ਹੀ ਰਹਿੰਦਾ, ਹਰ ਟਾਈਮ ਇੱਥੇ ਹੀ ਰਹਿੰਦਾ। ਇਹ ਸ਼ਰਨ ਚ ਆਉਣਾ ਥੋੜੀ ਆ। ਗੱਲ ਤਾਂ ਜਿਹੜੀ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਸਾਰੀ ਆਉਨੇ ਆਪਾਂ, ਸਾਰੀ ਗਾ ਰਹੇ ਆ। ਫਿਰ ਗਾਉਣਾ ਸੁਣਨਾ ਪ੍ਰਵਾਨ ਕਿਹਦਾ ਹੈ? ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਜਿਨ੍ਹਾਂ ਨੇ ਸੱਚੇ ਗੁਰੂ ਦੇ ਸੱਚੇ ਹੁਕਮ ਨੂੰ ਸੱਚ ਕਰਕੇ ਜਾਣ ਲਿਆ ਨਾ ਜੀ, ਉਹਨਾਂ ਦਾ ਪ੍ਰਵਾਨ ਹੈ ਗੁਣ ਸੁਣਨਾ ਸੁਣਾਉਣਾ। ਜੇ ਮੰਨਿਆ ਹੀ ਨਹੀਂ ਤਾਂ ਗੁਰਮੁਖੋ, ਹੁਣ ਕੋਈ ਧੀ ਪੁੱਤ ਗੱਲ ਨਾ ਮੰਨੇ ਮਾਂ ਪਿਓ ਦੀ ਦੁਨਿਆਵੀ ਤੌਰ ਤੇ, ਆਪਾਂ ਕਹਿੰਦੇ ਤੂੰ ਮੇਰੀ ਗੱਲ ਸੁਣੀ ਨਹੀਂ ਧਿਆਨ ਨਾਲ, ਕਿਧਰੇ ਜਾਵੇ ਨਾ ਕੰਮ ਧੰਦਾ, ਆਪਾਂ ਕਹੇ ਪੁੱਤ ਆਹ ਕੰਮ ਕਰਕੇ ਆਈ, ਗੌਰ ਰੱਖੀ, ਆਪਣੀ ਇੱਜ਼ਤ ਦਾ ਖਿਆਲ ਰੱਖੀ, ਆਹ ਨਾ ਕਰੀ ਉਹ ਨਾ ਕਰੀ, ਬੜਾ ਮਾਂ ਪਿਓ ਸਮਝਾਉਂਦਾ। ਤੇ ਜਦੋਂ ਬੱਚਾ ਧਿਆਨ ਨਹੀਂ ਨਾ ਦਿੰਦਾ ਮਾਂ ਪਿਓ ਦੀ ਗੱਲ ਵੱਲ, ਉਦੋਂ ਆਪਾਂ ਕਹਿੰਦੇ ਵੀ ਸਿੱਖਿਆ ਲਈ ਨਹੀਂ, ਸੁਣਿਆ ਨਹੀਂ, ਖਿਆਲ ਨਹੀਂ ਕੀਤਾ। ਕੋਸ਼ਿਸ਼ ਹੋਵੇ ਸ਼ਰਨ ਵਿੱਚ ਰਹਿਣ ਦੀ, ਗੁਰੂ ਦੇ ਵਚਨ ਮੰਨਣ ਦੀ। ਤੇ ਮਹਾਰਾਜ ਕਹਿੰਦੇ ਨਾਨਕ ਗੁਰ ਚਰਨ ਪਰਾਤਾ। ਕਹਿੰਦੇ ਭਾਈ ਉਹਨਾਂ ਨੇ ਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਪਰਮਾਤਮਾ ਨੂੰ ਪਛਾਣਿਆ। ਉਹਨਾਂ ਨੂੰ ਸਮਝ ਆ ਗਈ ਗੁਰੂ ਦੀ ਬਾਣੀ ਚੋਂ ਕਿ ਰੱਬ ਹੈ ਕੀ। ਨਾ ਤਾਂ ਕੋਈ ਰੱਬ ਦੀ ਮੂਰਤ ਹੈ, ਨਾ ਕੋਈ ਸੂਰਤ ਹੈ, ਨਾ ਕੋਈ ਤਸਵੀਰ, ਨਾ ਕੋਈ ਫੋਟੋ, ਨਾ ਕੋਈ ਰੰਗ, ਨਾ ਭੇਖ, ਰੂਪ ਨਾ ਰੇਖ, ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿਨ, ਜਿਸੈ ਬੁਝਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ। ਜਿਤੇ ਉਹ ਕਿਰਪਾ ਕਰਦਾ ਉਸੇ ਨੂੰ ਸਮਝ ਆਉਂਦੀ ਆ। ਉਹ ਤਿੰਨੇ ਗੁਣਾਂ ਤੋਂ ਪਰੇ ਆ। ਇਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਮਾਤਮਾ ਨੂੰ ਜਾਣਿਆ ਜਾਣਾ। ਜਿਸ ਮੇਲੇ ਸੋ ਭਗਤਾ। ਕਹਿੰਦੇ ਭਾਈ ਇਉਂ ਜਿਸ ਨੂੰ ਪ੍ਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ,
ਉਹ ਹੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਵਾਲਾ ਅਸਲੀ ਭਗਤ ਹੈ, ਜਿਹਨੂੰ ਜਿਉਣਾ ਆ ਗਿਆ, ਜਿਹਨੂੰ ਆਪਣੇ ਨਾਲ ਮੇਲ ਲਿਆ ਜੀ ਪ੍ਰਮਾਤਮਾ ਨੇ, ਗੁਰੂ ਨੇ, ਜਿਹਨੂੰ ਸਮਝ ਆ ਗਈ, ਗਿਆਨ ਹੋ ਗਿਆ। ਯਤਨ ਕਰੀਏ ਰੱਬ ਦਾ ਪਾਉਣਾ ਕੀ ਹੈ, ਉਹਦਾ ਗਿਆਨ ਹੋ ਜਾਣਾ ਹੀ, ਸੰਸਾਰ ਵਿੱਚ ਰਹਿਣਾ ਆ ਜਾਣਾ, ਸਮਾਜ ਜੀਵਨ ਸਾਡਾ ਵਧੀਆ ਬਣ ਜਾਣਾ, ਇਹੀ ਉਹਨੂੰ ਪਾਉਣਾ ਹੈ। ਇਹ ਨਾ ਹੋਵੇ ਕਿ ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਵਿਰਥਾ ਜਨਮ ਗਵਾਇਆ। ਪੂਰੇ ਗੁਰੂ ਦੀ ਸੇਵਾ ਤੋਂ ਬਿਨਾਂ ਸਾਰਾ ਜਨਮ ਹੀ ਬਿਰਥਾ ਚਲਾ ਜਾਂਦਾ ਹੈ। ਆਪਣਾ ਆਪ ਵੇਖਣ ਦੀ ਕੋਸ਼ਿਸ਼ ਕਰੀਏ। ਇੱਥੇ ਹਰ ਟਾਈਮ ਸੱਚ ਦਾ ਪਹਿਰਾ ਹੈ, ਗੁਰੂ ਦੀ ਬਾਣੀ ਦਾ। ਚਲੋ ਇਹ ਗੱਲ ਅਲੱਗ ਵੱਖਰੀ ਹੈ, ਮੇਰੇ ਵਰਗਾ ਲੱਖ ਝੂਠ ਬੋਲੀ ਜਾਵੇ, ਗੁਰਬਾਣੀ ਤਾਂ ਝੂਠ ਨਹੀਂ ਬੋਲਦੀ। ਮੈਂ ਲੱਖ ਗੋਲ ਮੋਲ ਗੱਲਾਂ ਕਰੀ ਜਾਵਾਂ, ਇੱਥੇ ਸੱਚ ਦਾ ਪਹਿਰਾ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਸੱਚ ਦਾ ਪਹਿਰਾ, ਸੱਚ ਨਾਲ ਜੁੜ ਜਾਏ ਬੰਦਾ, ਸੱਚ ਨਾਲ। ਜਦੋਂ ਸੱਚ ਨਾਲ ਜੁੜ ਗਿਆ ਤਾਂ ਗੁਰਮੁਖੋ ਉੱਥੇ ਮਹਾਰਾਜ ਕਹਿੰਦੇ ਨੇ, ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਫਟ। ਜੋ ਪ੍ਰਮਾਤਮਾ ਪਰਮੇਸ਼ਰ ਜੋ ਰੋਜ਼ ਪੜ੍ਹਦੇ ਸੁਣਦੇ ਆ ਕਿ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਪਹਿਲਾਂ ਵੀ ਸੀ ਸੱਚ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੋਏਗਾ। ਦੁਨੀਆ ਜਦੋਂ ਨਹੀਂ ਹੋਏਗੀ ਉਦੋਂ ਵੀ ਸੱਚ ਹੋਏਗਾ, ਉਹਨੇ ਉਦੋਂ ਵੀ ਹੋਣਾ ਹੈ। ਉਹ ਸੱਚ ਨਾਲ ਜੁੜੀ। ਉਹ ਸੱਚ ਕੀ ਹੈ? ਉਹ ਇੱਕ ਨਾਮ ਹੈ ਪਰਮੇਸ਼ਰ, ਕਿ ਜਿਹੜਾ ਸੱਚ ਦਾ ਧਾਰਨੀ ਬਣ ਜਾਂਦਾ ਹੈ ਉਹਨੂੰ ਪ੍ਰਾਪਤ ਕਰ ਲੈਂਦਾ, ਜਿਹਨੂੰ ਜਿਉਣਾ ਆ ਗਿਆ। ਯਤਨ ਕਰੀਏ। ਕਲਯੁਗ ਬੜਾ ਚੜ੍ਹਿਆ ਹੋ ਜੀ, ਬੜਾ ਦੂਰ ਲੰਘੀ ਜਾਂਦਾ ਬੰਦਾ, ਬੜਾ ਦੂਰ, ਇੱਕ ਦੂਸਰੇ ਨਾਲ ਮਿਲ ਕੇ ਰਾਜੀ ਨਹੀਂ ਗਾ। ਤੇ ਨਾਲ ਇੱਕ ਹੋਰ ਸਮਾਜਿਕ ਗੱਲ ਸੁਣ ਲਓ, ਚਲੋ ਕਰਨੀ ਤਾਂ ਨਹੀਂ ਬਣਦੀ, ਕਰ ਲੈਂਦੇ ਆਪਾਂ। ਆਪਣੇ ਨੌਜਵਾਨ ਵੀਰ ਮੁੰਡੇ ਕੁੜੀਆਂ ਪੜ੍ਹਨ ਜਾਂਦੇ ਆ, ਲਿਖਣ ਜਾਂਦੇ ਆ, ਸਭ ਕੁਛ ਇੱਧਰ ਖੇਡਦੇ ਆ ਇਕੱਠੇ। ਆਪਣੇ ਪਿੰਡ ਦੀ ਇਹ ਗੱਲ ਆ, ਲੜਾਈ ਵੀ ਰੋਜ਼ ਪੈਂਦੀ ਆ, ਥੋੜ੍ਹੀਆਂ ਥੋੜ੍ਹੀਆਂ ਗੱਲਾਂ ਵਿੱਚ ਖੇਡਣ ਪਿੱਛੇ ਲੜੀ ਜਾਣਗੇ। ਇੱਥੇ ਤੱਕ ਪਹੁੰਚ ਜਾਂਦੀ ਆ ਗੱਲ, ਇੱਕ ਦੂਜੇ ਦਾ ਗਲ ਵੱਢਣ ਤੱਕ ਜਾਂਦੇ ਨੇ। ਕੱਲ ਵੀ ਦੇਖਿਆ, ਪਰਸੋਂ ਵੀ ਦੇਖਿਆ। ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ, ਧੀਆਂ ਪੁੱਤਾਂ ਨੂੰ ਸਮਝਾ ਕੇ ਰੱਖੋ, ਬਾਅਦ ਵਿੱਚ ਕੁਛ ਨਹੀਂ ਬਣਦਾ ਜੀ। ਆ ਪਿੱਛੇ 19 ਤਰੀਕ ਦੀ ਗੱਲ ਆ, ਸਾਡੇ ਰਿਸ਼ਤੇਦਾਰੀ 'ਚ ਸਕੇ ਭਾਈ ਨੇ ਸਕਾ ਭਾਈ ਮਾਰਤਾ, ਦੋ ਮਿੱਤਰਾਂ ਨਾਲ ਲੈ ਕੇ। ਘਰੋਂ ਚੰਗੇ ਭਲੇ ਗਏ ਆ, ਮਾੜੀ ਮੋਟੀ ਹੁੰਦੀ ਆ, ਅਸੀਂ ਖੁੰਦ 'ਚ ਸਕੇ ਭਰਾ ਇਕੱਠੇ ਰਹਿੰਦੇ ਨੇ। ਲੈ ਦੱਸੋ, ਗੱਡੀ ਚਾੜ ਉੱਪਰ, ਪਤਾ ਨਹੀਂ ਕੀ ਹੋਇਆ ਕੀ ਨਾ ਹੋਇਆ। ਜਿਹੜੇ ਮਿੱਤਰ ਸੀ, ਜਿਹੜੇ ਦੋਸਤ, ਉਹ ਵੀ ਫਸ ਗਏ ਨਾਲ। ਬਾਅਦ ਵਿੱਚ ਕੁਛ ਨਹੀਂ ਬਣਦਾ। ਫਿਰ ਉਸੇ ਮਾਂ ਪਿਓ ਨੂੰ ਆਪਣੇ ਪੁੱਤ ਨੂੰ ਫਸਾਉਣਾ ਪਿਆ ਜੇਲ੍ਹ 'ਚ, ਨਾਲ ਉਹ ਵੀ ਰਗੜੇ ਗਏ ਜਿਹੜੇ ਨਾਲ ਗਏ ਸੀ, ਖਾਣ ਪੀਣ 'ਚ, ਇੰਨੇ ਚੱਕਰ 'ਚ। ਬਾਅਦ ਵਿੱਚ ਕੁਛ ਨਹੀਂ ਜੀ ਬਣਦਾ। ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਿਆ ਕਰੋ। ਛੋਟੀਆਂ ਛੋਟੀਆਂ ਉਮਰਾਂ ਨੇ, 15 16 ਸਾਲ ਦੇ। ਵੇਖਦੇ ਆ ਤਕਰੀਬਨ ਰੋਜ਼ ਵਾਂਗ ਲੜਦੇ ਨੇ ਇੱਕ ਦੂਜੇ ਦੇ, ਤੇ ਦੂਜੇ ਦੇਖ ਨੇੜੇ ਖੜੇ ਤਮਾਸ਼ਾ ਦੇਖੀ ਜਾਂਦੇ। ਛਡਾਉਂਦਾ ਨਹੀਂ ਜੀ ਕੋਈ, ਸਮਝਾਉਂਦਾ ਨਹੀਂ ਕੋਈ, ਸਗੋਂ ਮਾਰਨਗੇ ਅੱਗੇ ਦੇ ਅੱਗੇ। ਇਸ ਕਰਕੇ ਆਪਣੇ ਧੀਆਂ ਪੁੱਤਾਂ ਨੂੰ ਸਮਝਾ ਕੇ ਰੱਖੋ। ਸਭ ਦੇ ਬੱਚੇ ਨੇ ਆਪਣੇ, ਗੌਰ ਕਰੋ ਵੀ ਕਿਹਦਾ ਬੱਚਾ ਲੜਦਾ ਕਿਹਦਾ ਨਹੀਂ ਲੜਦਾ। ਇਗਨੋਰ ਨਾ ਕਰਿਆ ਕਰੋ ਵੀ ਕੋਈ ਨਾ। ਗੌਰ ਰੱਖੋ ਆਪਣੇ ਬੱਚਿਆਂ ਦੀ, ਕਿੱਥੇ ਜਾਂਦੇ ਨੇ ਕਿੱਥੇ ਨਹੀਂ ਜਾਂਦੇ, ਕਿੱਥੇ ਖੜਦੇ ਨੇ। ਕਲਯੁਗ ਹੈ, ਔਖਾ ਤਾਂ ਬਹੁਤਾ ਸਮਝਾਉਣਾ, ਗੱਲ ਪੱਲੇ ਪਾਉਣੀ ਉਹਨਾਂ ਦੇ, ਮੰਨਦੇ ਨਹੀਂ ਨਾ। ਹੌਲੀ ਹੌਲੀ ਸਮਾਂ ਲੱਗਦਾ, ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਬਾਅਦ ਵਿੱਚ ਫਿਰ ਆਪਾਂ ਚਿੱਕਾ ਮਾਰਨੇ ਆ। ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰੀਏ ਕਿ ਬਾਅਦ ਵਿੱਚ ਪਛਤਾਉਣਾ ਪਵੇ ਜੀ। ਬੱਚਿਆਂ ਨੂੰ ਸਮਝਾ ਕੇ ਰੱਖੋ, ਸਹੀ ਲੈਣ ਤੇ ਲਾ ਕੇ ਰੱਖੋ। ਸਹੀ ਰਾਹ ਕੀ ਹੈ, ਬਚਾ ਕੇ ਰੱਖੀਏ ਮਾੜੇ ਕਰਮਾਂ ਤੋਂ, ਨਸ਼ਿਆਂ ਤੋਂ। ਔਖਾ ਬੜਾ ਹੈ, ਕਿੱਥੇ ਜਾਂਦਾ ਹੈ, ਕੀ ਕਰਦਾ ਹੈ, ਗੌਰੇ ਨਹੀਂ ਕਰਦੇ ਆਪਾਂ। ਯਤਨ ਕਰੀਏ, ਗੁਰੂ ਦੇ ਗਿਆਨ ਵਾਲਾ ਰਾਹ ਅਪਣਾਈਏ। ਬੱਚਿਆਂ ਨੂੰ ਵੀ ਅਪਣਾਉਣ ਦੀ ਕੋਸ਼ਿਸ਼ ਕਰੀਏ ਕਿ ਆਹ ਗੁਰੂ ਦਾ ਰਸਤਾ ਹੈ। ਧਰਮ ਤੋਂ ਦੂਰ ਨਾ ਹੋਈਏ। ਆਪ ਆਉਂਦੇ ਆ, ਬੱਚਿਆਂ ਨੂੰ ਵੀ ਜੋੜ ਕੇ ਰੱਖਿਆ ਕਰੋ ਗੁਰੂ ਦੀ ਬਾਣੀ ਦੇ ਨਾਲ। ਵਿਚਾਰਾਂ ਬੜੀਆਂ ਨੇ,
ਸੋ ਜੀਵਨ ਰਾਹ ਸਹੀ ਬਣਾਉਣਾ ਤਾਂ ਘਰ ਵਿੱਚ ਸੁਖ ਸ਼ਾਂਤੀ ਆ। ਬਾਕੀ ਫਿਰ ਕਰਮ ਨੇ ਬੰਦੇ ਦੇ, ਲੈ ਜਾਂਦੇ ਨੇ ਖਿੱਚ ਕੇ। ਉਹ ਆਪਣੇ ਹੱਥ ਵੀ ਹੈ ਜੀ, ਇਹ ਨਹੀਂ ਹੈ ਕਿ ਰੱਬ ਜੋ ਪਿੱਛੇ ਨੇ ਜੀ ਬਸ ਦਊਗਾ ਉਹੀ ਦੇਈ ਜਾਂਦਾ ਜੀ। ਉਹ ਅੱਗੇ ਨੂੰ ਵੀ ਨਵੇਂ ਬਣਾਉਣ ਦੇ ਦਿੰਦਾ ਹੈ। ਹੁਣ ਜਿਹਦੇ ਕਿ ਕਈ ਵਾਰ ਆਪਾਂ ਉਰਾਂ ਪਰਾਂ ਜਾਣਾ ਹੋਵੇ, ਵਿਆਹ ਸ਼ਾਦੀ ਹੋਵੇ, ਕੋਈ ਸਮਾਗਮ ਹੋਵੇ, ਬੰਦਾ ਕਿਵੇਂ ਤੁਰ ਪੈਂਦਾ ਸੰਗਤ ਵਿੱਚ ਜੀ। ਕਿਸੇ ਦਾ ਭੋਗ ਪੈਣਾ ਹੋਵੇ, ਖੁਸ਼ੀ ਦਾ ਗਮੀ ਦਾ, ਫਿਰ ਉਦੋਂ ਕਿਵੇਂ ਆ ਜਾਂਦੇ ਆ, ਉਦੋਂ ਕਿਵੇਂ ਉੱਠ ਲੈਂਦੇ ਆ, ਉਦੋਂ ਕਿਵੇਂ ਸੰਗਤ ਵਿੱਚ ਆ ਜਾਂਦੇ ਆ। ਜਿੱਦੇ ਅਰਦਾਸ ਕਰਾਉਣੀ ਹੈ ਕਿਸੇ ਸਮਾਗਮ ਦੀ, ਕੋਈ ਘਰ ਦੀ ਨੀਂਹ ਰੱਖਣੀ ਹੈ, ਬੱਚੇ ਦਾ ਜਨਮ ਦਿਨ ਹੈ, ਜੋ ਵੀ ਲਾਓ, ਉਦੇ ਕਿਵੇਂ ਹੋ ਜਾਂਦਾ ਫਿਰ ਮਨ। ਉਦੇ ਰੱਬ ਨੇ ਥੋੜ੍ਹੀ ਲਿਖਿਆ, ਇਹ ਸਾਡੇ ਇਖਤਿਆਰ ਹੈ। ਚੰਗੇ ਲਿਖਾ ਲਓ, ਮਾੜੇ ਲਿਖਾ ਲਓ, ਉਹ ਤਾਂ ਦੇਊਗਾ। ਇਹ ਕਰ ਕਰੇ ਸੋ ਹੈ ਕਰ ਪਾਏ। ਤੇ ਨਾਲੇ ਅੱਜ ਦਾ ਜਿਹੜਾ ਸਮਾਂ ਨਾ ਕਲਯੁਗ, ਪਹਿਲਾਂ ਪਿਛਲੇ ਜਿਹੜੇ ਸਮੇਂ ਸੀਗੇ ਉਹ ਕਦੋਂ ਬੀਜਦਾ ਬੰਦਾ, ਕਦੋਂ ਜਾ ਕੇ ਉਗਦਾ। ਪਰ ਅੱਜ ਦਾ ਜਿਹੜਾ ਸਮਾਂ ਨਾ, ਇਹ ਨਹੀਂ ਕਿ ਰੋਟੀ ਆਪਾਂ ਅੱਜ ਖਾਈਏ, ਸਮਝੋ ਧਿਆਨ ਨਾਲ, ਰੋਟੀ ਅੱਜ ਖਾਈਏ, ਭੁੱਖ ਲੱਗੀ ਆ ਨਾ ਆਪਾਂ ਨੂੰ, ਰੋਟੀ ਖਾ ਲਈ, ਪ੍ਰਸ਼ਾਦਾ ਛਕ ਲਿਆ, ਇਹ ਨਹੀਂ ਹੈਗਾ ਕਿ ਮਹੀਨੇ ਬਾਅਦ ਸਾਡੀ ਭੁੱਖ ਮਿਟੂਗੀ। ਜਦੋਂ ਖਾ ਲਈ ਨਾਲ ਦੀ ਨਾਲ ਭੁੱਖ ਮਿਟ ਜਾਣੀ ਆ। ਇਸੇ ਤਰ੍ਹਾਂ ਨਾਮ ਬਾਣੀ ਦਾ ਭੋਜਨ ਜਦੋਂ ਛਕ ਲਿਆ ਨਾ ਜੀ, ਨਾਲ ਦੀ ਨਾਲ ਅਸਰ ਸ਼ੁਰੂ ਹੈ। ਇਹ ਨਹੀਂ ਹੈ ਕਿ ਅੱਜ ਬਾਣੀ ਪੜ੍ਹਾਂਗੇ ਅੱਗੇ ਕਿਤੇ ਅਗਲੇ ਜਹਾਨ ਵਿੱਚ ਜਾ ਕੇ ਫਲ ਨਹੀਂ। ਇਹ ਕਲਯੁਗ ਹੈ। ਪਹਿਲਾਂ ਸੀ ਪਿਛਲੇ ਯੁੱਗਾਂ ਦੇ ਵਿੱਚ ਇਹ ਵਿਚਾਰਾਂ ਸੀਗੀਆਂ। ਅੱਜ ਨਾਲ ਦੀ ਨਾਲ ਇਹ ਕਰ ਕਰੇ ਸੋ ਇਹ ਕਰ ਪਾਏ। ਰੋਟੀ ਅੱਜ ਖਾਧੀ ਹੈ, ਖਾਣ ਸਾਰ ਖਾਂਦੇ ਖਾਂਦੇ ਭੁੱਖ ਮਿਟ ਜਾਣੀ ਆ। ਬਾਣੀ ਅੱਜ ਪੜ੍ਹਾਂਗੇ, ਨਾਮ ਬਾਣੀ ਨਾਲ ਅੱਜ ਜੁੜਾਂਗੇ, ਇਹਦਾ ਅਸਰ ਨਾਲ ਦੀ ਨਾਲ ਸ਼ੁਰੂ ਹੋ ਜਾਣਾ, ਨਾਲ ਦੀ ਨਾਲ ਚੰਗੇ ਕਰਮ ਸ਼ੁਰੂ ਹੋ ਜਾਣਗੇ। ਆਓ ਜੀ, ਭੁੱਲਾਂ ਤੋਂ ਖਿਮਾ। ਇਸ ਸ਼ਬਦ ਦੇ ਵਿਚਾਰ ਇੱਥੇ ਸਮਾਪਤ ਹੈ। ਅਗਲਾ ਜਿਹੜਾ ਸ਼ਬਦ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਫਿਰ ਉਹਦੀ ਉਥਾਨਕਾ ਕੀ ਹੈ, ਕੀ ਮਹਾਰਾਜ ਦੇ ਬਚਨ ਨੇ, ਕੀ ਗਿਆਨ ਹੈ ਜੀ। ਯਤਨ ਕਰੀਏ ਰੋਜ਼ ਤਿਨਕਾ ਮਾਤਰ ਹੀ ਵਿਚਾਰ ਅੰਦਰ ਵਸ ਜਾਏ ਬਹੁਤ ਹੈ। ਕਿਨਕਾ ਇੱਕ ਜੇ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਤਾਂ ਕਿਤੇ ਗੱਲ ਬਣੂਗੀ ਜਾ ਕੇ, ਨਹੀਂ ਫਿਰ ਲੱਖ ਗੇੜੇ ਮਾਰੀ ਜਾਵਾਂ, ਲੱਖ ਮੱਥਾ ਟੇਕੀ ਜਾਵਾਂ, ਲੱਖ ਚੜਾਵੇ ਚੜਾਈ ਜਾਵਾਂ, ਕੋਈ ਫਰਕ ਨਹੀਂ ਜੇ ਪੈਣਾ। ਇਹ ਤਾਂ ਉਹਨੇ ਦਿੱਤਾ ਹੋਇਆ ਸਭ ਕੁਛ। ਤੇਰਾ ਦੀਆ ਤੁਝੇ ਕਹਿ, ਉਹਦਾ ਦਿੱਤਾ, ਅਸੀਂ ਕੀ ਦੇ ਸਕਦੇ ਹਾਂ ਉਹਨੂੰ? ਆ ਦੇਣਾ ਕੁਛ ਸਾਡਾ? ਨਹੀਂ। ਜੇ ਕੁਛ ਦੇਣਾ ਨਾ, ਮਹਾਰਾਜ ਦੇ ਚਰਨਾਂ 'ਚ ਕੁਛ ਲਿਆ ਕੇ ਮੱਥਾ ਟੇਕਣਾ ਹੈ, ਆਪਣੀ ਔਗਣ ਮੱਥਾ ਟੇਕੀਏ, ਆਪਣੀਆਂ ਮਾੜੀਆਂ ਸੋਚਾਂ ਵਿਚਾਰਾਂ ਇਹ ਲਿਆ ਕੇ ਮੱਥਾ ਟੇਕ ਦਈਏ ਤਾਂ ਕੁਛ ਮਿਲਣਾ ਹੈ, ਨਹੀਂ ਕੁਛ ਨਹੀਂ ਜੀ ਮਿਲਣਾ। ਆਓ ਭੁੱਲਾਂ ਤੋਂ ਖਿਮਾ, ਰਹਿੰਦੀ ਵਿਚਾਰੋ ਦੀ ਕਿਰਪਾ ਦੇ ਨਾਲ ਅਗਲੇ ਸ਼ਬਦ ਦੀ ਅੱਗੇ ਕਰਾਂਗੇ ਆਪਾਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਬੇਨਤੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਇਸੇ ਤਰ੍ਹਾਂ ਸੰਗਤਾਂ ਦੇ ਦਰਸ਼ਨ ਮਿਲੇ ਹੁੰਦੇ ਰਹਿਣ। ਆਓ ਸਾਧ ਸੰਗਤ ਜੀ ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ